ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨ। ਖਬਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਏ, ਉਸ ਦੇ ਪਿੱਛੇ ਕੀ ਹੁੰਦਾ, ਉਸ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500 ਸੈਨੋਜੇ ਤੋਂ। ਗੁਰਦੀਪ ਸਿੰਘ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੂਬਾ ਸਿਟੀ ਸਤਨਾਮ ਸਿੰਘ ਗਿੱਲ ਤੇ ਪਰਿਵਾਰ, ਸਲਮਾ ਤੋਂ। ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਜਿਹੜਾ ਸਾਰਿਆਂ ਤੋਂ ਭਖਦਾ ਮਸਲਾ ਆ ਪਾਣੀਆਂ ਦਾ ਜਿਹੜਾ ਫੈਸਲਾ ਆ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਫੈਸਲਾ ਆਉਣ ਵਾਲਾ ਆ, ਤੇ ਪਾਣੀਆਂ ਤੇ ਜਿਹੜੇ ਸਿਆਸਤਦਾਨ ਆ ਉਹ ਤੇ ਹੁਣ ਰੋਟੀਆਂ ਸੇਕਣ ਦੀਆਂ ਤਿਆਰੀਆਂ ਸੇਕ ਰਹੇ ਆ ਜੀ। ਲੋਹਾਂ ਰਾਤ ਦੀਆਂ ਜਿਹੜੀਆਂ ਕੱਲ੍ਹ ਦੀਆਂ ਲਾਈਆਂ ਹੋਈਆਂ ਨੇ, ਵਾਕਿਆ ਹੀ ਸਹੀ ਗੱਲ ਆ ਜੀ, ਤੁਹਾਡੀ ਰੋਟੀਆਂ ਸੇਕਣ ਵਾਲੀ ਹੀ ਗੱਲ ਹੈਗੀ ਆ ਇਸ ਵੇਲੇ। ਔਰ ਇੱਕ ਤਾਂ ਜਿਹੜੇ ਪਹਿਲਾਂ ਤਾਂ ਗਏ ਨਹੀਂ ਪਾਰਲੀਮੈਂਟ 'ਚ, ਤੇ ਹੁਣ ਪਹਿਲਾਂ ਹੀ ਲਿਖਿਆ ਪਿਆ ਜਿਹੜਾ ਅਸਤੀਫਾ, ਕਿਉਂਕਿ ਸਾਰੇ ਸਿਆਸਤਦਾਨਾਂ ਨੂੰ ਪਤਾ ਸੀਗਾ ਜੀ, ਆਪਾਂ ਕਈ ਦਿਨਾਂ ਦੀ ਗੱਲ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਜੇ ਪਤਾ ਸੀਗਾ ਤੇ ਫਿਰ ਇਹਦਾ ਜਿਹੜਾ ਜੀ ਤੋੜ ਕਿਉਂ ਨਾ ਲੱਭਿਆ ਗਿਆ, ਇਹਦੀ ਗੱਲਬਾਤ ਜਿਹੜੀ ਇਹਦੀ ਕਿਉਂ ਨਾ ਉੱਤੇ ਕੀਤੀ ਗਈ। ਉਹ ਲਿਖਿਆ ਲਿਖਾਇਆ ਜਿਹੜਾ ਸੀਗਾ ਜੀ ਅਸਤੀਫਾ, ਉਹ ਦੇ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਬਣਦਾ ਤਾਂ ਇਹ ਸੀਗਾ ਕਿ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ, ਉੱਥੇ ਆਪਣੀ ਪਾਰਟੀ ਕਾਂਗਰਸ ਨੂੰ ਨਾਲ ਲੈਂਦੇ ਤੇ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਡਟ ਕੇ ਖੜੇ ਹੁੰਦੇ। ਉਹ ਇੱਥੇ ਹੀ ਬਹਿ ਗਏ, ਇੱਥੇ ਅਸਤੀਫਾ ਦੇ ਦਿੱਤਾ। ਜਿਹੜੀਆਂ ਉਹਨਾਂ ਦੇ ਨਾਲ ਦੇ ਨੇ ਜੀ ਜਿਹੜੇ MLA ਕਾਂਗਰਸ ਦੇ ਪੰਜਾਬ ਦੇ, ਅਸਤੀਫੇ ਉਹਨਾਂ ਨੇ ਵੀ ਦੇਤੇ ਜੀ। ਇਹ ਅਸਤੀਫੇ ਅੱਜ ਜਿਹੜੇ ਆ ਜੀ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਜਿਹੜਾ ਉਹ ਪੇਸ਼ ਕੀਤੇ ਜਾਣਗੇ। ਇਹ ਵੀ ਜਿਹੜਾ ਜੀ ਇਹ ਗਲਤ ਸਟੈਪ ਕਿਹਾ ਜਾ ਸਕਦਾ ਹੈ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਐਮਰਜੈਂਸੀ ਬੁਲਾਉਣ ਦਾ ਜ਼ੋਰ ਪਾਉਂਦੇ ਕਾਂਗਰਸੀ, ਔਰ ਜਿੰਨੇ ਸਮੁੱਚੇ ਮੈਂਬਰ ਨੇ ਸਣੇ ਵਿਰੋਧੀ ਧਿਰ ਦੇ, ਸੱਤਾਧਾਰੀ ਧਿਰ ਦੇ, ਸਾਰੇ ਦੇ ਸਾਰੇ ਦੁਬਾਰਾ ਜਿਹੜਾ ਜੀ ਇਹਨੂੰ ਪਾਸ ਕਰਦੇ, ਸਖਤ ਕਾਨੂੰਨ ਨੂੰ ਉਹ ਜਿਹੜਾ ਜੀ ਪਾਸ ਕਰਕੇ ਫਿਰ ਰਾਸ਼ਟਰਪਤੀ ਦੇ ਕੋਲੇ ਭੇਜਦੇ, ਜਿਹੜਾ ਕਿ ਸਹੀ ਤਰੀਕਾ ਬਣਦਾ ਸੀਗਾ। ਇਹ ਤਰੀਕਾ ਨਹੀਂ ਅਪਣਾਇਆ ਗਿਆ। ਦੂਜੇ ਪਾਸੇ ਅਕਾਲੀ ਦਲ ਹੈ ਜੀ, ਪ੍ਰਕਾਸ਼ ਸਿੰਘ ਬਾਦਲ ਹੋਰੀ ਪਿਛਲੇ ਕਈ ਮਹੀਨਿਆਂ ਤੋਂ ਕਹਿੰਦੇ ਰਹੇ ਕਿ ਮੈਂ ਤਾਂ ਕਿਸੇ ਵੀ ਕੁਰਬਾਨੀ ਜਿਹੜਾ ਜੀ ਉਹ ਦੇਣ ਦੇ ਵਾਸਤੇ ਤਿਆਰ ਹਾਂ, ਪੰਜਾਬੀਆਂ ਨੂੰ ਕੁਰਬਾਨੀਆਂ ਦੇਣ ਦੇ ਵਾਸਤੇ ਤਿਆਰ ਰਹਿਣਾ ਚਾਹੀਦਾ, ਅਸੀਂ ਹਰ ਕੁਰਬਾਨੀ ਜਿਹੜੀ ਹੈ ਜੀ ਉਹ ਦੇ ਦੇਵਾਂਗੇ। ਜਦੋਂ ਗੱਲ ਆਈ, ਮੀਟਿੰਗ ਹੋਈ, ਤੇ ਕਹਿੰਦੇ ਜੀ ਨਹੀਂ, ਅਸਤੀਫੇ ਥੋੜ੍ਹੀ ਦਿੱਤੇ ਜਾ ਸਕਦੇ ਆ, ਅਸੀਂ ਤਾਂ ਜਿਹੜੇ ਆ ਜੀ ਇੱਦਾਂ ਹੀ ਸੱਤਾ ਦੇ ਵਿੱਚ ਰਹਿ ਕੇ ਜਿਹੜਾ ਜੀ ਇਹਦੀ ਲੜਾਈ ਲੜਾਂਗੇ। ਲੜਾਈ ਪਹਿਲਾਂ ਕਿਹੜੀ ਜਿਹੜੀ ਆ ਜੀ ਉਹ ਲੜੀ ਆ, ਕਿਉਂਕਿ ਹੁਣ ਜਿੰਨੀ ਕਹਾਣੀ ਆ ਉਹ ਅੱਜ ਦੀਆਂ ਅਖਬਾਰਾਂ ਦੇ ਵਿੱਚ, ਬਹੁਤੀਆਂ ਜਿਹੜੀਆਂ ਅਖਬਾਰਾਂ ਨੇ, ਸਾਰੀਆਂ 'ਚ ਨਹੀਂ, ਜਿਹੜੀ ਉਹ ਪੁਰਾਣੀਆਂ ਫੋਟੋਆਂ ਦੇ ਨਾਲ ਲੱਗੀ ਜੀ। ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰੀ ਟੱਕ ਲਵਾਈ ਜਾਂਦੇ ਆ ਜਿਹੜਾ ਜੀ ਸੋਨੇ ਦੀ ਜਿਹੜੀ ਆ ਚਾਂਦੀ ਦੀ ਕਹੀ ਦੇ ਕੇ ਇੰਦਰਾ ਗਾਂਧੀ ਤੋਂ। ਦੂਜੇ ਪਾਸੇ ਚੌਧਰੀ ਦੇਵੀ ਲਾਲ ਹੋਰਾਂ ਦੇ ਨਾਲ ਯਾਰੀ ਵਾਲੀਆਂ ਜਿਹੜੀਆਂ ਫੋਟੋਆਂ ਨੇ ਉਹ ਲੱਗੀਆਂ ਨੇ ਕਿ ਜਿਹੜਾ ਹਰਿਆਣੇ ਦੀ ਵਿਧਾਨ ਸਭਾ ਉਹਦੇ ਵਿੱਚ ਰਿਕਾਰਡ ਪਿਆ, ਚੌਧਰੀ ਦੇਵੀ ਲਾਲ ਹੋਰਾਂ ਨੇ ਉਹਦੇ ਵਿੱਚ ਔਨ ਰਿਕਾਰਡ ਕਿਹਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮੇਰੇ ਨਾਲ ਯਾਰੀ ਨਿਭਾਈ ਹੈ। ਤੇ ਪਹਿਲਾ ਨੋਟੀਫਿਕੇਸ਼ਨ ਜਿਹੜਾ 1978 ਦੇ ਵਿੱਚ SYL ਦੇ ਬਾਰੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਉਦੋਂ ਦੀ ਸਰਕਾਰ ਨੇ ਜਾਰੀ ਕੀਤਾ ਸੀਗਾ, ਜਿਹਦੇ ਸੰਬੰਧੀ ਕੁਝ ਹਰਿਆਣੇ ਦੇ ਵਿੱਚ ਜ਼ਮੀਨ ਲੈਣ ਦੇ ਕਥਿਤ ਰੂਪ ਦੇ ਵਿੱਚ ਦੋਸ਼ ਜਿਹੜੇ ਆ ਜੀ ਉਹਨਾਂ ਦੇ ਉੱਤੇ ਲੱਗਦੇ ਨੇ। ਤੀਜੀ ਤਰ੍ਹਾਂ ਜੀ ਆਮ ਆਦਮੀ ਪਾਰਟੀ, ਉਹਨਾਂ ਨੇ ਅੱਜ ਇਹ ਗੱਲ ਕਹੀ ਹੈ ਕਿ ਉਹ ਕਪੂਰੀ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ, ਜਾਂ ਫਿਰ ਜਿਹੜਾ ਜੀ ਉਹ ਮੋਰਚਾ ਲਾਉਣਗੇ। ਮੋਰਚਿਆਂ ਨੇ ਪਹਿਲਾਂ ਕੁਛ ਨਹੀਂ ਦਿੱਤਾ ਜੀ, ਮੋਰਚਿਆਂ ਨੇ ਪਹਿਲਾਂ ਕੁਛ ਨਹੀਂ ਕੱਢਿਆ। ਮੋਰਚਿਆਂ ਦੀ ਵਜ੍ਹਾ ਕਰਕੇ ਹੀ ਤਾਂ ਜਿਹੜੇ ਜ਼ਿਆਦੇ ਹਾਲਾਤ ਜਿਹੜੇ ਨੇ ਉਹ ਖਰਾਬ ਹੋਏ ਨੇ। ਆਈ ਥਿੰਕ ਜਿਹੜਾ ਜੀ ਜਿਹੜੀਆਂ ਸਿਆਸੀ ਧਿਰਾਂ ਨੇ, ਇਹਨਾਂ ਸਾਰੀਆਂ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਸੀਗਾ ਕਿ ਕਮ ਸੇ ਕਮ ਅਸੀਂ ਜਿੰਨੇ ਮਰਜ਼ੀ ਵਿਰੋਧ ਦੇ ਵਿੱਚ ਹੋਈਏ, ਸਿਆਸੀ ਵਿਰੋਧ ਹੈ, ਇਸ ਮੁੱਦੇ ਦੇ ਉੱਤੇ ਸਾਰਿਆਂ ਨੂੰ ਜਿਹੜਾ ਜੀ ਉਹ ਇਕੱਠੇ ਹੋ ਕੇ ਇੱਕਜੁੱਟਤਾ ਜਿਹੜੀ ਉਹ ਵਿਖਾਉਣੀ ਚਾਹੀਦੀ ਸੀ। ਏਦਾਂ ਦੀ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਹਾਲ ਦੀ ਘੜੀ ਦਿਸ ਨਹੀਂ ਰਹੀ, ਨਾ ਕੁਛ ਏਦਾਂ ਦਾ ਜਿਹੜਾ ਜੀ ਉਹ ਦਿਸਣ ਦੇ ਆਸਾਰ ਨੇ। ਹਾਂ, ਇੱਕ ਚਰਚਾ ਜਿਹੜੀ ਹੈ ਜੀ ਜ਼ਰੂਰ ਇੱਥੇ ਜਾਂਦੇ ਜਾਂਦੇ ਜਿਹੜੀ ਟਿੱਪਣੀ ਆ ਮੈਂ ਉਹ ਜ਼ਰੂਰ ਕਰਨੀ ਚਾਹੁੰਦਾ ਕਿ ਗੁਰਚਰਨ ਸਿੰਘ ਟੌਹੜਾ ਹੋਰੀ ਇੱਕ ਨੇਤਾ ਸਨ, ਬੇਸ਼ੱਕ ਉਹਨਾਂ ਦੇ ਨਾਲ ਉਹਨਾਂ ਦੇ ਬੜੇ ਸਾਰੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਜਾਂ ਉਹਨਾਂ ਦਾ ਜਿਹੜਾ ਪੂਰਾ ਜਿਹੜਾ ਜੀ ਜ਼ਿੰਦਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਦੇ ਕਈ ਕੰਟਰੋਵਰਸੀਜ਼ ਉਹਦੇ ਵਿੱਚ ਹੋਵੇ, ਉਦੋਂ ਗੁਰਚਰਨ ਸਿੰਘ ਟੌਹੜਾ ਹੋਰਾਂ ਨੇ ਇੱਕ ਗੱਲ ਜਿਹੜੀ ਜ਼ਰੂਰ ਕਹੀ ਸੀ ਠੋਕ ਵਜਾ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿ ਬਾਦਲ ਸਾਹਿਬ ਕਿਉਂ ਅਕਾਲੀ ਦਲ ਦਾ ਬੇੜਾ ਗਰਕ ਕਰਨ ਲੱਗੇ
ਉਹ ਆਹ ਜਿਹੜਾ ਜੀ ਉਹ ਫੈਸਲਾ ਲੈ ਕੇ ਅੱਜ ਵੀ ਮੇਰਾ ਖਿਆਲ ਉਹ ਗੱਲ ਜਿਹੜੀ ਆ ਨਾ ਜੀ ਜ਼ਰੂਰ ਚੇਤੇ ਆਉਂਦੀ ਆ ਕਿ ਜੋ ਉਹਨਾਂ ਨੇ ਕਹੀ ਸੀ ਬੇੜਾ ਅਕਾਲੀ ਦਲ ਦਾ ਨਹੀਂ ਗਰਕ ਹੋਇਆ ਜੀ, ਪੰਜਾਬ ਦਾ ਬੇੜਾ ਜਿਹੜਾ ਜੀ ਉਹ ਗਰਕ ਹੋਣ ਵੱਲ ਨੂੰ ਇਹ ਕਹਾਣੀ ਤੁਰ ਪਈ ਆ ਜਿਹੋ ਜਿਹਾ ਫੈਸਲਾ ਜਿਹੜਾ ਜੀ ਇਹ ਆਇਆ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਬਾਦਲ ਦੀ ਤੇ ਕੈਪਟਨ ਦੀ ਗੱਲ ਕੀਤੀ ਆ ਵੀ ਇਹ ਦੋਹੇ ਜ਼ਿੰਮੇਵਾਰ ਆ ਉਹਦੇ ਵਿੱਚ, ਜਿਹਨੇ ਪੈਸੇ ਵੀ ਲੈ ਲਏ ਆ ਤੇ ਕਈਆਂ ਦੇ ਕੇ ਇਹਨਾਂ ਨੇ ਟੱਕ ਵੀ ਲਵਾਏ ਆ। ਪਰ ਇਹ ਸੋਚਦੇ ਸ਼ਾਇਦ ਉਹੀ ਜ਼ਮਾਨਾ ਹੈ ਕਿ ਲੋਕਾਂ ਨੇ ਸ਼ਾਇਦ ਅਖਬਾਰਾਂ ਹੀ ਨਹੀਂ ਪਈਆਂ ਹੋਈਆਂ, ਪਰ ਜ਼ਮਾਨਾ ਜਿਹੜਾ ਬਦਲ ਗਿਆ, ਲੋਕਾਂ ਨੂੰ ਸਭ ਕੁਝ ਯਾਦ ਆ ਗਿਆ। ਅੱਗੇ ਆਪਾਂ ਨਵੇਂ ਨੋਟਾਂ ਦੀ ਗੱਲ ਕਰੀਏ ਜੀ, ਕਿ ਜਿਹੜੇ ਨਵੇਂ ਨੋਟ ਕਢਾਏ ਜਾ ਰਹੇ ਆ ਮੋਦੀ ਵੱਲੋਂ, ਗੱਲ ਤਾਂ ਇਹ ਸੁਣਦੇ ਸੀ ਕਿ ਨੋਟਾਂ ਦੇ ਟਰੱਕ ਆਉਣੇ ਆ, ਹੁਣ ਉਹ ਟਰੱਕ ਭਰ ਰਹੇ ਆ ਤੇ ਲੋਕ ਜਿਹੜੇ ਆ ਖੱਜਲ ਖੁਆਰ ਹੋ ਰਹੇ ਆ। ਬਿਲਕੁਲ ਜੀ, ਮੇਰਾ ਖਿਆਲ ਜੇ ਇਹੀ ਕਰਨਾ ਸੀ ਤਾਂ ਪੁਰਾਣੀ ਮੰਗਾ ਲੈਂਦੇ, ਵੀ ਲੋਕਾਂ ਨੂੰ ਦੱਸ ਤਾਂ ਦਿੰਦੇ ਆ ਗਏ ਆ ਬਲ ਚੇਂਜ ਕਰਾ ਲਾਂਗੇ ਜੀ। ਸੋ ਇਹ ਜਿਹੜੇ ਆ ਜੀ ਨੋਟਾਂ ਨੂੰ ਲੈ ਕੇ ਲੋਕ ਜਿਹੜੇ ਆ ਬਹੁਤ ਬੁਰੇ ਤਰੀਕੇ ਦੇ ਨਾਲ ਖੱਜਲ ਹੋ ਰਹੇ ਨੇ, ਸਮੁੱਚੇ ਮੁਲਕ ਦੇ ਵਿੱਚ ਖੱਜਲ ਹੋ ਰਹੇ ਨੇ। ਚਲੋ ਜਿਹੜੀਆਂ ਵੱਡੇ ਸ਼ਹਿਰ ਨੇ, ਮੈਟਰੋ ਸਿਟੀਜ਼ ਨੇ, ਉੱਥੇ ਲੋਕ ਪਲਾਸਟਿਕ ਮਨੀ ਵਰਤਦੇ ਆ, ਡੈਬਿਟ ਕਾਰਡ ਕ੍ਰੈਡਿਟ ਕਾਰਡ ਜਿਹੜੇ ਉਹਨਾਂ ਕੋਲ ਹੈਗੇ ਆ, ਮਾਤੜ ਜਿਹੜੇ ਨੇ ਉਹ ਕਿੱਥੇ ਜਾਣ। ਗੱਲ ਪੰਜਾਬ ਦੀ ਜੇ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਰੇਹੜੀਆਂ ਵਾਲੇ ਨੇ, ਜਿਹੜੇ ਛੋਟੀਆਂ ਦੁਕਾਨਾਂ ਵਾਲੇ ਨੇ, ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਜੀ। ਜਿਹੜਾ 5-5 ਹਜ਼ਾਰ 8-8 ਹਜ਼ਾਰ ਉਹਨਾਂ ਦੇ ਕੋਲੇ ਆ, 10-10 ਹਜ਼ਾਰ, ਉਹਨਾਂ ਨੇ ਇਹਨੂੰ ਤਬਦੀਲ ਕਿੱਥੋਂ ਕਰਾਉਣਾ। ਇੱਕ ਚਲੋ ਤਬਦੀਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਉਂਦੇ ਦਿਨਾਂ ਦੇ ਦੌਰਾਨ ਹੋ ਜਾਊਗਾ, ਇਹ ਤਾਂ ਮਿੱਥਿਆ ਨਹੀਂ ਹੈਗਾ ਨਾ ਜੀ ਕਿ ਅਗਲੇ 24 ਘੰਟਿਆਂ 'ਚ ਕਰਾਉਣਾ। 40-45 ਦਿਨ ਜਿਹੜੇ ਆ ਜੀ ਉਹ ਤਾਂ ਸਿੱਧਮ ਸਿੱਧੇ ਪਏ ਆ, ਉਹਨੇ ਦਿਨਾਂ ਦੇ ਦੌਰਾਨ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕਰਵਾ ਲੈਣਗੇ। ਅੱਛਾ, ਜਿਹੜੇ ਲੋਕ ਹੁਣ ਲੈ ਆਏ, ਮੰਨ ਲਓ ਬੈਂਕਾਂ ਦੇ ਵਿੱਚੋਂ ਨੋਟ ਜਿਹੜੇ 4-4 ਹਜ਼ਾਰ ਰੁਪਈਆ ਉਹਨਾਂ ਨੂੰ ਮਿਲਿਆ, ਜਾਂ ਜਿਨ੍ਹਾਂ ਨੇ ਕਢਾ ਲਿਆ ATM ਤੋਂ, ਜੇ ਤੁਸੀਂ ਸੌਦਾ ਵਗੈਰਾ ਲੈਣ ਜਾਣਾ ਤਾਂ ਅੱਗੋਂ ਜਿਹੜੇ ਨੋਟ ਨੇ ਨਵੇਂ ਵੱਡੇ ਪਲਾਜ਼ਿਆਂ ਦੇ ਵਿੱਚ ਤਾਂ ਪਹੁੰਚ ਸਕਦੇ ਆ, ਛੋਟੇ ਦੁਕਾਨਦਾਰਾਂ ਕੋਲੇ ਉਹ ਛੇਤੀ ਕੀਤਿਆਂ ਨਵੇਂ ਨੋਟ ਨਹੀਂ ਆਉਣੇ, ਉਹਨਾਂ ਤੋਂ ਜਿਹੜਾ ਬੈਲੈਂਸ ਵਾਪਸ ਦੇਣਾ ਉਹ ਨਹੀਂ ਦਿੱਤਾ ਜਾਣਾ, ਕਿਉਂਕਿ ਛੋਟੇ ਨੋਟ ਜਿਹੜੇ ਨੇ ਜਿਹਦੇ ਵਿੱਚ 100 ਦਾ ਨੋਟ, 50 ਦਾ ਨੋਟ, 10 ਦਾ ਨੋਟ ਸ਼ਾਮਲ ਹੈ, ਉਹਨਾਂ ਦੀ ਵੱਡੀ ਕਿੱਲਤ ਜਿਹੜੀ ਆ ਜੀ ਉਹ ਇਸ ਵੇਲੇ ਆ ਰਹੀ ਹੈ, ਇਹ ਨੋਟ ਮਿਲ ਨਹੀਂ ਰਹੇ। ਜਿਹੜੇ ਹੈਗੇ ਨੇ ਜੀ ਕੈਮਿਸਟ ਸ਼ਾਪ ਵਾਲੇ, ਪਹਿਲੇ ਦਿਨ ਤਾਂ ਉਹ ਦਵਾਈਆਂ ਦਿੰਦੇ ਰਹੇ, ਚਲੋ ਜਿਹੜੇ ਵੀ ਤਰੀਕੇ ਨਾਲ ਦਿੰਦੇ ਰਹੇ, ਵੀ 300 ਦੀਆਂ ਦਵਾਈਆਂ 500 ਦੇ ਵਿੱਚੋਂ ਮੋੜਨਾ ਕੁਛ ਨਹੀਂਗਾ, ਜਾਂ 500 ਦੀਆਂ 600 ਦੀਆਂ ਦਵਾਈਆਂ ਨੇ 1000 ਦੇ ਵਿੱਚੋਂ ਕੁਛ ਨਹੀਂ ਮੋੜਨਾ, ਇੱਦਾਂ ਦੀਆਂ ਗੱਲਾਂ ਤਾਂ ਚੱਲਦੀਆਂ ਰਹੀਆਂ। ਇਸ ਤਰੀਕੇ ਨਾਲ ਜਿਹੜਾ ਜੀ ਉਹ ਸ਼ੈਤਾਨੀਆਂ ਕਰਦੇ ਰਹੇ। ਕੱਲ ਬਹੁਤੇ ਜਿਹੜੇ ਕੈਮਿਸਟ ਸੀਗੇ ਜੀ ਉਹ ਨਾ ਕਰਦੇ ਰਹੇ, ਕਹਿੰਦੇ ਜੀ ਸਾਡੇ ਲਿਮਿਟ ਓਵਰ ਹੋ ਗਈ ਹੈ, ਜਦੋਂ ਕਿ ਲਿਮਿਟ ਜਿਹੜੀ ਆ ਜੀ ਇਹ ਰੱਖੀ ਨਹੀਂ, ਕੈਮਿਸਟਾਂ ਦੇ ਵਾਸਤੇ ਲਿਮਿਟ ਕਿਤੇ ਵੀ ਜਿਹੜੀ ਆ ਉਹ ਨਹੀਂ ਰੱਖੀ ਸਰਕਾਰ ਨੇ, ਕਿੰਨੇ ਹੋ ਗਈ। ਉਹਦੇ ਵਿੱਚ ਸ਼ੈਤਾਨੀ ਇਹ ਆ ਕਿ ਜਿਹੜੇ ਨੋਟ ਵਟਾਉਣ ਵਾਲੇ ਨੇ ਉਹਨਾਂ ਦੇ ਨਾਲ ਸੌਦੇਬਾਜ਼ੀਆਂ ਜਿਹੜੀਆਂ ਦੀ ਹੋ ਰਹੀਆਂ ਨੇ, ਜਿਨ੍ਹਾਂ ਕੋਲੇ ਜ਼ਿਆਦਾ ਅਮਾਊਂਟ ਪਿਆ, ਕਿ ਲੱਖ ਦੇ 80,000 ਜਾਂ ਲੱਖ ਦੇ 70,000 ਜਿਹੜਾ ਜੀ ਇਹ ਕਾਲਾ ਬਾਜ਼ਾਰੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੋਈ ਹੈ। ਜਿਹੜਾ ਛੋਟਾ ਦੁਕਾਨਦਾਰ, ਰੇਹੜੀਆਂ ਵਾਲੇ ਨੇ, ਜਿਹੜੇ 3 ਵੀਲਰਾਂ ਵਾਲੇ ਨੇ ਜੀ, ਉਹਨਾਂ ਵਿਚਾਰਿਆਂ ਨੂੰ ਰੋਟੀ ਰੋਜ਼ੀ ਦੇ ਲਾਲੇ ਜਿਹੜੇ ਆ ਜੀ ਉਹ ਪੈ ਗਏ ਆ। ਸਾਰਾ ਬਿਜ਼ਨਸ ਜਿਹੜਾ ਸਾਰਾ ਕਾਰੋਬਾਰ ਆ ਜੀ ਉਹ ਠੱਪ ਹੋ ਕੇ ਰਹਿ ਗਿਆ। ਵੱਡੇ ਹੋਟਲਾਂ ਨੂੰ ਛੱਡੋ, ਛੋਟੇ ਢਾਬਿਆਂ ਦੇ ਵਿੱਚ ਵੀ ਜਿਹੜਾ ਜੀ ਉਹ ਗਾਹਕ ਲੱਭਦਾ ਨੀਗਾ, ਕਿਉਂਕਿ ਜਿਹਦੇ ਕੋਲੇ ਕੋਈ 100 ਰੁਪਈਆ 50 ਰੁਪਈਏ 10 ਦੇ ਜਿਹੜੇ ਹੈਗੇ ਆ ਉਹ ਘੁੱਟ ਕੇ ਬਹਿ ਗਿਆ ਕਿ ਪਤਾ ਨਹੀਂ ਇਹ ਕਹਾਣੀ ਜਿਹੜੀ ਆ ਜੀ ਕਿੰਨੇ ਦਿਨ ਚੱਲਣੀ ਆ, ਕਦੋਂ ਜਾ ਕੇ ਜਿਹੜੀ ਆ ਜੀ ਇਹ ਸਹੀ ਲੀਹ ਦੇ ਉੱਤੇ ਜਿਹੜੀ ਆ ਉਹ ਆ ਸਕਣੀ ਆ। ਇਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਜੀ ਉਹ ਚੱਲੀ ਜਾਂਦੀਆਂ ਨੇ। ਵੱਡੀਆਂ ਗੱਲਾਂ ਬਾਤਾਂ ਤਾਂ ਇਸ ਗੱਲ ਨੂੰ ਲੈ ਕੇ ਹੀ ਚੱਲ ਰਹੀਆਂ ਨੇ ਕਿ ਜਿਹੜੇ ਸਿਆਸਤਦਾਨ ਨੇ, ਕੀ ਉਹਨਾਂ ਨੇ ਇਹ ਵਟਾਂਦਰੇ ਪਹਿਲਾਂ ਕਰ ਲਏ ਹੋਏ ਆ ਨੋਟ ਜਾਰੀ ਹੋਣ ਤੋਂ, ਜਾਂ ਉਹ ਵੀ, ਕਿਉਂਕਿ ਜਿਸ ਕਿਸਮ ਦੀ ਮੁਸਕਰਾਹਟ ਉਹਨਾਂ ਦੇ ਚਿਹਰਿਆਂ ਦੇ ਉੱਤੇ ਦਿਸ ਰਹੀ ਆ, ਉੱਥੋਂ ਤਾਂ ਇਉਂ ਲੱਗਦਾ ਕਿ ਇਹ ਕਹਾਣੀ ਜਿਹੜੀ ਆ ਜੀ ਪਹਿਲਾਂ ਉਹਨਾਂ ਨੇ ਆਪਣੀ ਸੈੱਟ ਕਰ ਲਈ ਹੋਈ ਆ, ਜਿਹਦੇ ਕਰਕੇ ਉਹਨਾਂ ਨੂੰ ਬਹੁਤਾ ਫਿਕਰ ਨਹੀਂਗਾ। ਮਰਿਆ ਕੌਣ ਆ ਜੀ? ਆਮ ਬੰਦਾ, ਆਮ ਮਾਤੜ ਜਿਹੜਾ ਜੀ ਉਹ ਇਹਦੇ ਵਿੱਚ ਫਸ ਗਿਆ ਵਿਚਾਰਾ 25,000 50,000 ਲੱਖ 2 ਲੱਖ ਵਾਲਾ, ਕਿ ਉਹ ਹੁਣ ਉਹ ਕਿੱਧਰ ਨੂੰ ਜਾਵੇ। ਜਿਹੜੀਆਂ ਲਾਈਨਾਂ ਵੀ ਲੱਗੀਆਂ ਹੋਈਆਂ ਸੀਗੀਆਂ, ਉਹਨਾਂ ਲਾਈਨਾਂ ਦੇ ਵਿੱਚ ਕੋਈ ਵੱਡਾ ਵਿਅਕਤੀ ਕਿਸੇ ਬੈਂਕ ਦੇ ਵਿੱਚ ਲਾਈਨ ਦੇ ਵਿੱਚ ਲੱਗਿਆ ਹੋਇਆ ਨਹੀਂ ਦਿਸਿਆ। ਆਮ ਬੰਦੇ ਹੀ ਸਨ ਜਿਹੜੇ ਖੱਜਲ ਖੁਆਰ ਬੈਂਕਾਂ ਦੇ ਵਿੱਚ ਹੁੰਦੇ ਰਹੇ ਤੇ ਸ਼ਾਇਦ ਅਗਲੇ ਕਈ ਦਿਨਾਂ ਤੱਕ ਹੁੰਦੇ ਰਹਿਣਗੇ। ਬਿਲਕੁਲ ਜੀ, ਇਹ ਗੱਲ ਤਾਂ ਸਹੀ ਹੈ ਕਿ ਇਹਨਾਂ ਨੇ ਪਹਿਲਾਂ ਹੀ ਕੀਤਾ ਹੋਇਆ ਹੈ ਜਾਂ ਸਾਰਾ ਕੁਛ। ਬਹੁਤ ਸਾਰੀਆਂ ਜਿਹੜੀਆਂ ਖਬਰਾਂ ਹੈ ਉਹ ਬਾਹਰ ਆ ਰਹੀਆਂ, ਪਰ ਆਮ ਲੋਕਾਂ ਦਾ ਬੁਰਾ ਹਾਲ ਹੈ। ਤੇ ਅੱਗੇ ਆਪਾਂ ਨਨਕਾਣਾ ਸਾਹਿਬ ਨੂੰ ਜਾਣ ਵਾਲੇ ਜਥੇ ਦੀ ਗੱਲ ਕਰੀਏ, ਸ਼੍ਰੋਮਣੀ ਕਮੇਟੀ ਦਚਿੱਤੀ ਵਿੱਚ ਸੁਰੱਖਿਆ ਲੈ ਕੇ। ਐਕਚੁਅਲੀ ਜੀ, ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਦੇ ਬਾਰੇ ਦੇ ਵਿੱਚ ਕੋਈ ਹੁੰਗਾਰਾ ਜਿਹੜਾ ਉਹ ਨਹੀਂ ਭਰਿਆ।
ਉਧਰ ਪਾਕਿਸਤਾਨ ਵਿਦੇਸ਼ ਵਿਭਾਗ ਨੇ ਇਹ ਦੱਸਿਆ ਜੀ ਕਿ ਭਾਰਤੀ ਹਾਈ ਕਮਿਸ਼ਨ ਦੇ ਜਿਹੜੇ 8 ਅਧਿਕਾਰੀਆਂ ਤੇ ਖੁਫੀਆ ਏਜੰਸੀਆਂ ਲਈ ਜਸੂਸੀ ਕਰਨ ਦਾ ਦੋਸ਼ ਲਾਇਆ ਸੀ। ਉਹਨਾਂ ਦੇ ਵਿੱਚੋਂ 6 ਅਧਿਕਾਰੀ ਦੇਸ਼ ਛੱਡ ਚੁੱਕੇ ਨੇ। ਇਹਨਾਂ ਵਿੱਚੋਂ 3 ਅਧਿਕਾਰੀ ਜਿਹੜੇ ਉਹ ਪਾਕਿਸਤਾਨ ਤੋਂ ਰਵਾਨਾ ਹੋ ਗਏ। ਮਤਲਬ ਇਹ ਕਿ ਦੋਵਾਂ ਮੁਲਕਾਂ ਦੇ ਜਿਹੜੇ ਡਿਪਲੋਮੈਟ ਨੇ ਉਹ ਮੁਲਕ ਛੱਡ ਰਹੇ ਨੇ। ਤਾਂ ਇਸ ਮੌਕੇ ਦੇ ਉੱਤੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹਨੇ ਇਸ ਗੱਲ ਤੋਂ ਹੱਥ ਜਿਹੜੇ ਜੀ ਉਹ ਪਛਾਣ ਖਿੱਚ ਲਏ ਆ ਕਿ ਉਹ ਪਾਕਿਸਤਾਨ ਦੇ ਨਾਲ ਇਹਨਾਂ ਸਿੱਖ ਸ਼ਰਧਾਲੂਆਂ ਜਾਣ ਵਾਲੇ ਜੱਥੇ ਦੇ ਬਾਰੇ ਦੇ ਵਿੱਚ ਕੋਈ ਜਿਹੜੀ ਹੈ ਜੀ ਉਹ ਸਟੈਪ ਲੈ ਸਕਦੀ ਹੈ ਜਾਂ ਉਹਦੇ ਕੋਲੇ ਉਠਾ ਸਕਦੀ ਹੈ। ਗੱਲਬਾਤ ਵਾਲਾ ਜਿਹੜਾ ਜੀ ਉਹ ਬੂਹਾ ਬੰਦ ਹੋ ਚੁੱਕਿਆ ਹੋਇਆ। ਤੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਜਿਹੜੇ ਸਿੱਖ ਸ਼ਰਧਾਲੂ ਜਾਂਦੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਇਹ ਦੋ ਚਿੱਤੀ ਜਿਹੜੀ ਹੈ ਜੀ ਉਹ ਖੜੀ ਹੋ ਗਈ ਹੈ। ਪ੍ਰਕਾਸ਼ ਪੁਰਬ ਮਨਾਉਣ ਦੇ ਵਾਸਤੇ ਹਰ ਸਾਲ ਜਿਹੜਾ ਜੀ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਜਾਂਦਾ ਹੈ। 1355 ਯਾਤਰੂਆਂ ਦੀ ਜਿਹੜੀ ਸੂਚੀ ਵੀਜ਼ਾ ਲੈਣ ਦੇ ਵਾਸਤੇ ਭੇਜੀ ਸੀ। ਇਹਦੇ ਵਿੱਚੋਂ 1249 ਜਿਹੜੇ ਨੇ ਉਹਨਾਂ ਨੂੰ ਵੀਜ਼ਾ ਮਿਲ ਚੁੱਕਿਆ ਹੋਇਆ। ਪਰ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅ ਬਣਿਆ, ਇਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਦੋ ਚਿੱਤੀ ਦੇ ਵਿੱਚ ਹੈ ਕਿ ਕੀ ਇਸ ਮੌਕੇ ਦੇ ਉੱਤੇ ਇਹਨਾਂ ਯਾਤਰੂਆਂ ਨੂੰ ਉੱਥੇ ਜਿਹੜਾ ਜੀ ਉਹ ਭੇਜਣਾ ਚਾਹੀਦਾ। ਜੇ ਭੇਜਣਾ ਚਾਹੀਦਾ ਤਾਂ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਤਾਂ ਕਿਸੇ ਕਿਸਮ ਦੀ ਕੋਈ ਜ਼ਿੰਮੇਵਾਰੀ ਲੈਣ ਦੇ ਵਾਸਤੇ ਤਿਆਰ ਨਹੀਂ ਗੀ। ਪਰ ਉਹ ਕਹਿੰਦੇ ਕਿ ਆਪਣੇ ਤੌਰ ਦੇ ਉੱਤੇ ਜਾਣਾ ਚਾਹੁੰਦੇ ਤੇ ਚਲੇ ਜਾਣ। ਜਿੱਥੋਂ ਤੱਕ ਪਾਕਿਸਤਾਨ ਦੇ ਸਰਹੱਦ ਦੇ ਉੱਤੇ ਆ ਜੀ ਉਹਨਾਂ ਨੇ ਇਹ ਜਾਰੀ ਕਰਤਾ ਜੀ ਕਿ ਜੇ ਕਿਸੇ ਨੇ ਆਉਣਾ ਤਾਂ ਉਹ ਨਵੇਂ ਨੋਟ ਲੈ ਕੇ ਆਵੇ। ਪੁਰਾਣੇ ਨੋਟ ਜਿਹੜੇ ਆ ਜੀ ਨਾ ਤਾਂ ਸਰਹੱਦ ਦੇ ਉੱਤੇ ਜਿਹੜਾ ਫੀਸ ਵਗੈਰਾ ਦੇਣੀ ਆ ਉੱਥੇ ਚੱਲਣੇ ਨੇ, ਨਾ ਪਾਕਿਸਤਾਨੀ ਬਾਜ਼ਾਰਾਂ ਦੇ ਵਿੱਚ ਚੱਲਣੇ ਨੇ। ਉਹਨਾਂ ਨੇ ਇਹ ਗੱਲ ਕਹੀ ਆ ਜੀ ਯੂਰੋ ਜਾਂ ਡਾਲਰ ਜਿਹੜੇ ਆ ਜੀ ਉਹ ਲੈ ਕੇ ਆਉਣ ਇਹ ਯਾਤਰੂ। ਹੁਣ ਯੂਰੋ ਜਾਂ ਡਾਲਰ ਜਿਹੜੇ ਆ ਜੀ ਉਹ ਨਵੇਂ ਨੋਟਾਂ ਦੇ ਨਾਲ ਆਉਣਗੇ, ਪੁਰਾਣੇ ਨੋਟਾਂ ਦੇ ਨਾਲ ਉਹ ਵੀ ਨਹੀਂ ਆਉਣੇ। ਉਹ ਕਿੱਥੋਂ ਜਿਹੜੇ ਜੀ ਇਹ ਯਾਤਰੂ ਲੈਣਗੇ? ਸੋ ਇਸ ਕਰਕੇ ਮਾਮਲਾ ਹਾਲ ਦੀ ਘੜੀ ਜਿਹੜਾ ਜੀ ਉਹ ਖਟਾਈ ਦੇ ਵਿੱਚ ਪੈ ਗਿਆ ਹੋਇਆ ਕਿ ਇਸ ਵਾਰੀ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਜੱਥਾ ਜਾਊਗਾ ਜਾਂ ਨਹੀਂ ਜੀ। ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ SYL ਨਹਿਰ ਦੀ। ਜੇ ਇਹ ਬਣਦੀ ਆ ਤੇ ਮਾਲਵੇ ਦੇ 3000 ਪਿੰਡਾਂ ਨੂੰ ਮਾਰ ਪਊਗੀ ਜੀ। ਐਕਚੁਅਲੀ ਹੈ ਤਾਂ ਮਾਰ ਤਾਂ ਜੀ ਸਮੁੱਚੇ ਪੰਜਾਬ ਨੂੰ ਹੀ ਇਹਦੀ ਪੈਣੀ ਹੈ, ਕਿਉਂਕਿ ਜਿਹੜਾ ਅਸਲ ਦੇ ਵਿੱਚ ਜਿਹੜਾ ਮੁੱਦਾ ਉਠਾਇਆ ਨਹੀਂ ਜਾ ਰਿਹਾ ਜੀ ਉਹ ਮੁੱਦਾ ਇਹ ਆ ਕਿ 1978 ਤੇ 2016 ਦੇ ਵਿੱਚ ਫਰਕ ਬੜਾ। 1978 ਦੇ ਵਿੱਚ 40 ਫੁੱਟ ਦੇ ਉੱਤੇ 45 ਫੁੱਟ ਦੇ ਉੱਤੇ ਪਾਣੀ ਹੁੰਦਾ ਸੀਗਾ ਆਮ ਹੀ। ਸਵੇਰੇ ਬੋਰ ਵਾਲੇ ਲਾ ਕੇ ਦੁਪਹਿਰ ਤੱਕ ਬੋਰ ਕਰ ਦਿੰਦੇ ਸੀ, ਸ਼ਾਮ ਨੂੰ ਉਹ ਬੋਰ ਦਾ ਪਾਣੀ ਚੁਕਾ ਦਿੰਦੇ ਸੀ। ਹੁਣ ਉਹ ਹਾਲਾਤ ਨਹੀਂ ਹੈਗੇ। ਹੁਣ ਤਾਂ 245 ਫੁੱਟ ਤੇ ਵੀ ਪਾਣੀ ਨਹੀਂ ਲੱਭਦਾ। ਜਿਹੜਾ ਨਹਿਰਾਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਜੀ ਉਹ ਘਟਿਆ, ਉਹਨੂੰ 78 ਦੇ ਹਿਸਾਬ ਦੇ ਨਾਲ ਨਹੀਂ ਵੇਖਿਆ ਜਾ ਸਕਦਾ ਜੀ। ਔਰ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਆਇਆ ਇਹਦੇ ਨਾਲ ਜੇ ਇਹ ਨਹਿਰ ਜਿਹੜੀ ਹੈ ਜੀ ਉਹ ਬਣਦੀ ਹੈ, ਕਿਉਂਕਿ ਦੋ ਚੀਜ਼ਾਂ ਨੇ ਜਿਹੜੇ ਇੱਕ ਤਾਂ ਕੁਮੇਦਾਨ ਨੇ ਜਿਹੜੇ ਪੰਜਾਬ ਦੇ ਪਾਣੀਆਂ ਦੇ ਵਾਸਤੇ ਬੜੀ ਮੁਹਾਰਤ ਰੱਖਦੇ ਨੇ, ਉਹਨਾਂ ਨੇ ਤਾਂ ਐਕਚੁਅਲੀ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਉਹ ਕਹਿੰਦੇ ਇਹਦੇ ਨਾਲ ਇਹ ਹੋਇਆ ਕਿ ਇਹਦੇ ਵਿੱਚ ਜਿਹੜੀ ਧਾਰਾ 5 ਵਗੈਰਾ ਸੀ ਉਹ ਆਪੇ ਖਤਮ ਹੋ ਗਈ। ਜਿਹਦਾ ਖਤਮ ਕਰਨ ਦੀ ਗੱਲ ਪਿਛਲੀਆਂ ਚੋਣਾਂ ਦੇ ਦੌਰਾਨ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਅਕਾਲੀ ਦਲ ਨੇ ਕੀਤੀ ਸੀ, ਪਰ ਉਹਨੇ 9.5 ਸਾਲ ਇਸ ਮੁੱਦੇ ਨੂੰ ਛੇੜਿਆ ਹੀ ਨਹੀਂ। ਉਹ ਕਹਿੰਦੇ ਜਦੋਂ ਇਹ ਜਿਹੜਾ ਡਿਟਰਮੀਨੇਸ਼ਨ ਐਕਟ ਸੀਗਾ ਜੀ ਇਹ ਖਤਮ ਹੀ ਕਰਨ ਦੀ ਗੱਲ ਹੋ ਗਈ ਤਾਂ ਸਾਰਾ ਕੁਝ ਇਹਦੇ ਵਿੱਚ ਖਤਮ ਹੋ ਗਿਆ। ਇਸ ਕਰਕੇ ਪੰਜਾਬ ਨੂੰ ਨਵੇਂ ਸਿਰਿਓਂ ਜਿਹੜੀ ਹੈ ਜੀ ਇਹ ਗੱਲ ਕਰਨੀ ਜਿਹੜੀ ਉਹ ਚਾਹੀਦੀ ਹੈ। ਅੱਛਾ, ਦੂਸਰੀ ਗੱਲ ਜਿਹੜੀ ਉਹ ਇਹਦੇ ਵਿੱਚ ਪੁਆਇੰਟ ਉਠਾਉਂਦੇ ਨੇ ਕਿ ਇਹ ਨਹਿਰ ਬਣਾਉਣ ਵਾਸਤੇ ਜਿਹੜਾ ਜੀ ਕਿਹਾ, ਪਾਣੀ ਛੱਡਣ ਵਾਸਤੇ ਨਹੀਂ। ਉਹ ਕਹਿੰਦੇ ਇਹ ਵੱਖਰਾ ਮੁੱਦਾ। ਪਰ ਦੇਖੋ ਮੁੱਦਾ ਤਾਂ ਹੈ ਨਾ, ਜੇ ਨਹਿਰ ਬਣਦੀ ਆ ਤੇ ਫਿਰ ਪਾਣੀ ਚਲਾਉਣ ਦੇ ਵਾਸਤੇ ਵੀ ਕੋਈ ਇਹੋ ਜਿਹਾ ਜਿਹੜਾ ਉਹ ਲੱਭ ਲਿਆ ਜਾਊਗਾ ਜਿਹਨੂੰ ਕਰੋੜ ਦੇ ਕੇ ਜਾਂ ਜ਼ਮੀਨ ਦੇ ਕੇ ਜਿਹੜਾ ਜੀ ਉਹ ਫੈਸਲਾ ਨਹੀਂ ਕਰਾ ਲਿਆ ਜਾਊਗਾ। ਇਸ ਕਰਕੇ ਨਹਿਰ ਬਣਨੀ ਇਹਦੇ ਲਈ ਵੀ ਅਵੇਸਲੇ ਨਹੀਂ ਹੋਇਆ ਜਾ ਸਕਦਾ ਕਿ ਨਹਿਰ ਬਣ ਜਾਵੇ, ਕੋਈ ਨਹੀਂ, ਪਾਣੀ ਛੱਡਣ ਵਾਲੀ ਕੋਈ ਗੱਲ ਨਹੀਂ। ਇਸ ਕਰਕੇ ਇਹ ਜੇ ਨਹਿਰ ਬਣਦੀ ਆ ਤਾਂ ਇਹਦੇ ਨਾਲ ਮਾਲਵੇ ਦੇ ਅੱਧੀ ਦਰਜਨ ਜ਼ਿਲ੍ਹੇ ਜਿਹੜੇ ਨੇ ਉਹ ਟੇਲਾਂ ਵਾਲੇ ਜ਼ਿਲ੍ਹੇ ਜਿਹੜੇ ਉਹ ਬਣ ਜਾਣਗੇ। ਹਾੜੀ ਦੀ ਫਸਲ ਦੀ ਬਜਾਨ ਦੇ ਵਿੱਚ ਰੁੱਝੀ ਜਿਹੜੀ ਕਿਸਾਨੀ ਹੈ ਜੀ ਉਹਨੂੰ ਨਵੇਂ ਫੈਸਲੇ ਨੇ ਫਿਕਰਮੰਦ ਜਿਹੜਾ ਉਹ ਕਰ ਦਿੱਤਾ ਹੈ। ਨੰਗਲ ਡੈਮ 'ਚੋਂ SYL ਨੂੰ ਪਾਣੀ ਦੇਣ ਦੀ ਵਿਉਂਤਬੰਦੀ ਜਿਹੜੀ ਹੋ ਰਹੀ ਆ, ਜਿੱਥੋਂ ਮੁੱਖ ਸਰਹੰਦ ਨਹਿਰ ਜਿਹੜੀ ਉਹ ਨਿਕਲਦੀ ਆ, ਤੇ ਇਹ ਨਹਿਰ ਜਿਹੜੀ ਆ ਉਹ ਮਾਲਵੇ ਦੇ 14 ਜ਼ਿਲ੍ਹਿਆਂ ਦੇ ਰਕਬੇ ਨੂੰ ਜਿਹੜਾ ਜੀ ਉਹ ਸਿੰਜਦੀ ਆ। 3.5 ਕਿਊਸਕ ਪਾਣੀ ਪ੍ਰਤੀ 1000 ਏਕੜ ਨੂੰ ਮਿਲ ਰਿਹਾ, ਜਦੋਂ ਕਿ ਲੋੜ ਜਿਹੜੀ ਹੈ ਜੀ ਉਹ 5.50 ਕਿਊਸਕ ਪਾਣੀ ਦੀ ਆ। ਸਤਲੁਜ ਯਮੁਨਾ ਲਿੰਕ ਨਹਿਰ ਦੀ ਸਮਰੱਥਾ ਜਿਹੜੀ ਹੈ ਜੀ 6700
ਕਿਊਸਕ ਪਾਣੀ ਦੀ ਹੈ। ਮਾਲਵਾ ਖੇਤਰ ਨੂੰ ਮਿਲਣ ਵਾਲੇ ਨਹਿਰੀ ਪਾਣੀ ਦੇ ਉੱਤੇ ਵੱਡਾ ਕੱਟ ਲੱਗਣਾ ਜੀ। ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਜ਼ਿਲ੍ਹਿਆਂ ਦੇ ਜਿਹੜਾ ਧਰਤੀ ਹੇਠਲਾ ਪਾਣੀ ਮਾੜਾ ਆ, ਜਿਹਦੇ ਕਰਕੇ ਜਿਹੜਾ ਜੀ ਇਹਨੂੰ ਜਿਹੜਾ ਹਰੀਕੇ ਹੈੱਡ ਤੋਂ ਰਾਜਸਥਾਨ ਨੂੰ 10,000 ਕਿਊਸਕ ਪਾਣੀ ਜਾ ਰਿਹਾ, ਉਹਦੇ ਉੱਤੇ ਕੋਈ ਅਸਰ ਨਹੀਂ ਪਊਗਾ। ਪਰ ਜਿਹੜੀ ਇਹ ਸਰਹੰਦ ਫੀਡਰ ਹੈ, ਇਹਦੇ ਉੱਤੇ ਸਿੱਧਾ ਜਿਹੜਾ ਜੀ ਉਹ ਅਸਰ ਪਊਗਾ। ਔਰ ਜਦੋਂ ਪਾਣੀ ਘੱਟ ਮਿਲੂਗਾ ਤੇ ਇਹ ਬੰਜਰ ਹੋਣ ਵੱਲ ਨੂੰ ਜਿਹੜੀ ਹੈ ਜੀ ਉਹ ਜ਼ਮੀਨ ਵੱਧ ਜੂਗੀ ਸਾਰੀ ਦੀ ਸਾਰੀ। ਜਿਹੜੀ ਇਹ 3,000 ਮਲਵਈ ਪਿੰਡ ਜਿਹੜੇ ਨੇ, ਜਿਹਨਾਂ ਦੀ ਲਾਈਫ ਲਾਈਨ ਜਿਹੜੀ ਹੈ ਜੀ ਉਹ ਸਰਹੰਦ ਫੀਡਰ, ਸਰਹੰਦ ਕਨਾਲ ਜਿਹੜੀ ਹੈ ਜੀ ਉਹ ਦੱਸੀ ਜਾਂਦੀ ਹੈ। ਫੀਡਰ ਲਫ਼ਜ਼ ਇਸੇ ਕਰਕੇ ਕੋਈ ਫੀਡ ਕਰਦੀ ਜਿਹੜੀ ਹੈ ਜੀ ਇਸ ਏਰੀਏ ਨੂੰ ਜਾਂਦੀ ਆ। ਅਸਰ ਤਾਂ ਇਹਦਾ ਸਮੁੱਚੇ ਪੰਜਾਬ ਦੇ ਉੱਤੇ ਪੈਣਾ, ਪਰ ਮਾਲਵਾ ਖਿੱਤੇ ਦੇ ਉੱਤੇ ਸਭ ਤੋਂ ਵੱਡਾ ਅਸਰ ਜਿਹੜਾ ਜੀ ਇਹਦਾ ਪਊਗਾ ਜੇ ਇਹ ਨਹਿਰ ਜਿਹੜੀ ਹੈ ਜੀ ਉਹ ਬਣਦੀ ਹੈ। ਤਾਂ ਹੁਣ ਵੇਖਣਾ ਇਹ ਹੋਊਗਾ ਕਿਹੜਾ ਜਿਹੜਾ ਜੀ ਇਹੋ ਜਿਹਾ ਸਿਆਸਤਦਾਨ ਆਉਂਦਾ ਜਿਹੜਾ ਇਹ ਸੋਚੇ ਕਿ ਅਗਲੀ ਵਾਰੀ ਮੈਂ ਚੋਣਾਂ ਜਿੱਤਾਂ ਜਾਂ ਨਾ ਜਿੱਤਾਂ, ਪਰ ਪੰਜਾਬ ਦੇ ਅਹਿਮ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਮੈਂ ਇੱਕ ਵਾਰੀ ਜਿਹੜਾ ਜੀ ਜ਼ਿੰਦਗੀ ਰਹਿੰਦਿਆਂ ਫੈਸਲਾ ਕਰ ਦੂੰਗਾ। ਇਹੋ ਜਿਹੇ ਕਿਸੇ ਸੂਰਮੇ ਦੀ ਸਹੀ ਪੁੱਛੋ ਤਾਂ ਉਡੀਕ ਆ। ਅਜੇ ਤੱਕ ਤਾਂ ਜਿਹੜੇ ਆ ਜੀ ਉਹ ਮਖੌਟਿਆਂ ਵਾਲੇ ਜਿਹੜੇ ਉਹ ਮਿਲੇ ਨੇ। ਇੱਕ ਪਾਸੇ ਟੱਕ ਲਵਾਈ ਜਾਂਦੇ ਨੇ, ਇੱਕ ਪਾਸੇ ਜਿਹੜਾ ਜੀ ਅਕਵਾਇਰ ਕਰੀ ਜਾਂਦੇ ਨੇ, ਦੂਜੇ ਪਾਸੇ ਪੰਜਾਬੀਆਂ ਨੂੰ ਕੁਰਬਾਨੀਆਂ ਦੇ ਵਾਸਤੇ ਫੇਰ ਉਕਸਾਈ ਜਾਂਦੇ ਨੇ। ਹਾਂ ਬਿਲਕੁਲ ਜੀ, ਹੁਣ ਚੰਗੀ ਤਰ੍ਹਾਂ ਉਗੜ ਕੇ ਪਛਾਣ ਲੋਕਾਂ ਨੂੰ ਹੋ ਜਾਣੀ ਚਾਹੀਦੀ ਹੈ। ਤੇ ਅੱਗੇ ਆਪਾਂ ਸਰਬੱਤ ਖਾਲਸਾ ਦੀ ਗੱਲ ਕਰੀਏ। ਉਹਨਾਂ ਧਿਰਾਂ ਨੇ ਬਾਦਲ ਦਾ ਸਮਾਜਿਕ ਬਾਈਕਾਟ ਕਰਨ ਦਾ ਸੱਦਾ ਦਿੱਤਾ। ਇਹ ਐਕਚੁਅਲੀ ਇਹ ਜਿਹੜਾ ਸਰਬੱਤ ਖਾਲਸਾ ਨਹੀਂ ਸੀ ਹੋਣ ਦਿੱਤਾ ਗਿਆ ਇੱਥੇ ਤਲਵੰਡੀ ਸਾਬੋ ਦੇ ਵਿੱਚ। ਸੋ ਇਹ ਜਿਹੜੀਆਂ ਧਿਰਾਂ ਸੀਗੀਆਂ ਇਹਨਾਂ ਵਿੱਚੋਂ ਕੁਝ ਤਾਂ ਅਰੈਸਟ ਨੇ, ਔਰ ਦੂਜੇ ਜਿਹੜੇ ਨੇ ਉਹਨਾਂ ਨੇ ਇਹ ਇੱਥੇ ਬੁੱਢਾ ਜੌੜ ਪੈਂਦਾ ਜੀ ਰਾਜਸਥਾਨ ਦੇ ਵਿੱਚ, ਉੱਥੇ ਉਹਨਾਂ ਨੇ ਇੱਕ ਮੀਟਿੰਗ ਜਿਹੜੀ ਹੈ ਜੀ ਉਹ ਕੀਤੀ ਆ। ਕਈ ਘੰਟੇ ਤੱਕ ਇਹ ਪੰਥਕ ਇਕੱਤਰਤਾ ਜਿਹੜੀ ਹੈ ਜੀ ਉਹ ਚੱਲੀ ਆ। ਉਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਜਿਹੜਾ ਜੀ ਇਹਦੇ ਸੰਬੰਧੀ ਇੱਕ ਉੱਥੇ ਗੁਰਮਤਾ ਜਿਹੜਾ ਜੀ ਉਹ ਪੜ੍ਹਿਆ, ਔਰ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਆਖੀ ਗਈ ਆ ਕਿ ਇੱਕ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸਿਆਸੀ ਬਾਈਕਾਟ ਜਿਹੜਾ ਜੀ ਉਹ ਕੀਤਾ ਜਾਵੇ। ਸੋ ਇਹ ਪਹਿਲਾਂ ਜਿਹੜਾ ਇਹ ਕਿਹਾ ਜਾ ਰਿਹਾ ਸੀਗਾ ਕਿ ਇਸ ਪਰਿਵਾਰ ਦਾ ਜਿਹੜਾ ਜੀ ਉਹ ਹਰ ਤਰ੍ਹਾਂ ਦਾ ਬਾਈਕਾਟ ਕਰਨ ਦਾ ਫੈਸਲਾ ਜਿਹੜਾ ਜੀ ਉਹ ਆ ਸਕਦਾ, ਪਰ ਇਹਦੇ ਵਿੱਚ ਕੁਝ ਜਿਹੜੀ ਹੈ ਜੀ ਇਹ ਘੁੰਟਰ ਰੱਖ ਲਈ ਗਈ ਹੈ। ਸੋ ਸਿਆਸੀ ਬਾਈਕਾਟ ਕਰਨ ਦਾ ਜਿਹੜਾ ਜੀ ਐਲਾਨ ਕੀਤਾ ਗਿਆ। ਇਹ ਕਿਹਾ ਗਿਆ ਜੀ ਕਿ ਉਹਨਾਂ ਨੂੰ ਰਾਜਸੀ ਤੌਰ ਦੇ ਉੱਤੇ ਜਿਹੜਾ ਜੀ ਉਹ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ। ਇਹ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਆ। ਔਰ ਇਹ ਕਿਹਾ ਗਿਆ ਜੀ ਕਿ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਸਰਕਾਰ ਨੂੰ ਇਸ ਪਰਿਵਾਰ ਤੋਂ ਆਜ਼ਾਦ ਕਰਵਾਇਆ ਜਾਵੇ। ਪੰਥਕ ਇਕੱਤਰਤਾ ਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਜੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਦਮਦਮਾ ਸਾਹਿਬ ਦੇ ਵਿੱਚ ਸਰਬੱਤ ਖਾਲਸਾ ਸੱਦਿਆ ਜਾਊਗਾ। ਇਸ ਦੀ ਤਰੀਕ ਦਾ ਅਜੇ ਕੋਈ ਐਲਾਨ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਸਰਬੱਤ ਖਾਲਸਾ ਇੰਨੀ ਤੇਜ਼ੀ ਦੇ ਵਿੱਚ ਕਦੋਂ ਕਿਵੇਂ ਸੱਦਿਆ ਜਾਊਗਾ ਜੀ, ਇਹਦੀ ਕੋਈ ਡਿਟੇਲ ਜਿਹੜੀ ਆ ਉਹ ਨਹੀਂ ਦੱਸੀ ਗਈ, ਕਿਉਂਕਿ 11 ਨਵੰਬਰ ਅੱਜ ਹੋ ਗਈ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ। ਜਿਹੜੇ ਨਵੰਬਰ ਦੇ ਅਖੀਰ ਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਇਹ ਜਿਹੜਾ ਜੀ ਚੋਣ ਜ਼ਾਬਤਾ ਲੱਗ ਸਕਦਾ, ਜਾਂ ਤੁਸੀਂ ਇਹ ਕਹਿ ਲਓ ਕਿ 15 ਨਵੰਬਰ ਤੋਂ ਬਾਅਦ ਕਿਸੇ ਟਾਈਮ ਵੀ ਜਿਹੜਾ ਚੋਣ ਕਮਿਸ਼ਨ ਹੈ ਉਹ ਚੋਣ ਜ਼ਾਬਤੇ ਦਾ ਐਲਾਨ ਕਰ ਸਕਦਾ। ਇਹਦੇ ਵਿੱਚ ਜਿਹੜਾ ਜੀ ਇਹ ਵੀ ਗੱਲ ਜਿਹੜੀ ਹੈ ਉਹ ਆਖੀ ਗਈ ਹੈ ਕਿ ਜਿਹੜੇ ਜਥੇਦਾਰ ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਉਹਨਾਂ ਨੂੰ ਤੁਰੰਤ ਰਿਹਾ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ, ਔਰ ਰਿਹਾਈ ਜਿਹੜੀ ਹੈ ਜੀ ਉਹਦੀ ਮੰਗੀ ਗਈ ਹੈ। ਔਰ ਇਹ ਕਿਹਾ ਗਿਆ ਜੀ ਕਿ ਸਰਬੱਤ ਖਾਲਸਾ ਪੰਜਾਬ ਦੀ ਧਰਤੀ ਦੇ ਉੱਤੇ ਹੀ ਜਿਹੜਾ ਹੋਊਗਾ, ਔਰ ਇਹਦਾ ਐਲਾਨ ਜਿਹੜਾ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਉਹ ਕੀਤਾ ਜਾਊਗਾ। ਇਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੇ 2 ਜਥੇਦਾਰ ਜਿਹੜੇ ਸੀਗੇ ਜੀ, ਜਿਹੜੇ ਸਰਬੱਤ ਖਾਲਸਾ ਦੇ ਪਿਛਲੇ ਸਰਬੱਤ ਖਾਲਸਾ ਦੇ ਦੌਰਾਨ ਥਾਪੇ ਗਏ ਸੀਗੇ, ਉਹਨਾਂ ਨੇ ਇਹਦੇ ਵਿੱਚ ਜਿਹੜਾ ਜੀ ਉਹ ਭਾਗ ਲਿਆ। ਸੋ ਬੇਸ਼ੱਕ ਇਹ ਜਿਹੜਾ ਜੀ ਰਾਜਸੀ ਬਾਈਕਾਟ ਦੀ ਗੱਲ ਕੀਤੀ ਗਈ ਹੈ, ਪਰ ਹੈਰਾਨੀਜਨਕ ਤਰੀਕੇ ਦੇ ਨਾਲ ਜਿਹੜਾ ਪੰਜਾਬ ਦਾ ਮੀਡੀਆ ਹੈ ਉਹਨੇ ਇਸ ਖਬਰ ਨੂੰ ਬਹੁਤਾ ਜ਼ਿਆਦਾ ਜਿਹੜਾ ਜੀ ਉਹ ਚੁੱਕਿਆ ਨਹੀਂ। ਇਹਦਾ ਰੀਜ਼ਨ ਪਤਾ ਨਹੀਂ ਕੀ ਹੈ ਇਹਦੇ ਪਿੱਛੇ। ਉਹ ਤਾਂ ਪਤਾ ਹੀ ਹੈ ਜੀ ਕਿ ਮੀਡੀਆ ਨੂੰ ਕਿਹੜੀ ਮਿੱਠੀ ਗੋਲੀ ਦਿੱਤੀ ਹੋਈ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਸਰਬੱਤ ਖਾਲਸਾ ਕਰਕੇ ਫੜੇ ਗਏ ਸਿੱਖਾਂ ਨੂੰ ਫੜਨ ਤੇ ਪੰਜਾਬ ਨੂੰ ਨੋਟਿਸ। ਜੀ ਐਕਚੁਅਲੀ ਜੀ ਇਹ ਜਿਹੜੇ 46 ਵਿਅਕਤੀਆਂ ਦੇ ਮਾਮਲੇ ਦੇ ਵਿੱਚ ਜਿਹੜੇ ਫੜੇ ਗਏ ਨੇ, ਫੜੇ ਤਾਂ ਵੈਸੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਗਏ ਨੇ। 46 ਵਿਅਕਤੀਆਂ ਦੇ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਜਾਂਚ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ।
ਜਿਹੜੇ ਜਸਟਿਸ ਜਤਿੰਦਰ ਚੌਹਾਨ ਨੇ ਉਹਨਾਂ ਨੇ ਜਾਂਚ ਦੇ ਵਾਸਤੇ 24 ਘੰਟਿਆਂ ਦਾ ਸਮਾਂ ਦਿੰਦਿਆਂ ਹੋਇਆਂ ਅਦਾਲਤ ਦੇ ਵਿੱਚ ਹਲਫੀਆ ਬਿਆਨ ਦੇਣ ਦੇ ਵਾਸਤੇ ਜਿਹੜਾ ਜੀ ਉਹ ਕਿਹਾ ਗਿਆ। ਐਕਚੁਅਲੀ ਜੀ ਇੱਕ ਵਕੀਲ ਦੇ ਵੱਲੋਂ ਜਿਹੜਾ ਜੀ ਜਿਹੜੀ ਹੇਬੀਅਸ ਕਾਰਪਸ ਜਿਹੜੀ ਜਿਸਮਾਨੀ ਤੌਰ ਦੇ ਉੱਤੇ ਹਾਜ਼ਰੀ ਯਕੀਨੀ ਬਣਾਉਣ ਦੇ ਉੱਤੇ ਪੰਜਾਬ ਨੂੰ ਇਹ ਹੁਕਮ ਦਿੱਤੇ ਗਏ ਨੇ। ਉਹਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਜੀ ਕਿ ਪਟੀਸ਼ਨਰ ਨੂੰ ਸਰਬੱਤ ਖਾਲਸਾ ਸਮਾਗਮ ਦੇ ਪ੍ਰਬੰਧਕ ਜਿਹੜੇ ਨੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਮਿਲੀ ਹੈ ਕਿ ਕੁਝ ਵਿਅਕਤੀਆਂ ਨੂੰ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਰੱਖਿਆ ਗਿਆ। ਐਕਚੁਅਲੀ ਇਹ 46 ਵਿਅਕਤੀ ਉਹ ਨੇ ਜਿਨ੍ਹਾਂ ਦੇ ਉੱਤੇ ਕੋਈ ਕੇਸ ਜਿਹੜਾ ਉਹ ਦਰਜ ਨਹੀਂ ਕੀਤਾ ਗਿਆ, ਕਿਉਂਕਿ ਜਿਹੜੇ ਬਹੁਤੇ ਨੇ ਉਹਨਾਂ ਨੂੰ 107-51 ਦੇ ਤਹਿਤ ਜਿਹੜਾ ਜੀ ਉਹ ਅੰਦਰ ਦਿੱਤਾ ਗਿਆ। ਸੋ ਇਹਦੀ ਡਿਟੇਲ ਜਿਹੜੀ ਆ ਜੀ ਉਹ ਹਾਈ ਕੋਰਟ ਦੇ ਵਿੱਚ ਜਿਹੜੀ ਆ ਜੀ ਉਹ ਮੰਗੀ ਹੈ। ਕੇਸ ਦੀ ਸੁਣਵਾਈ ਦੇ ਦੌਰਾਨ ਜਿਹੜਾ ਜੀ ਇਹ ਨੋਟਿਸ ਨੂੰ ਸਵੀਕਾਰ ਕੀਤਾ ਗਿਆ ਜੀ। ਜਿਹੜੇ ਐਡਵੋਕੇਟ ਜਨਰਲ ਨੇ ਮੇਹਰਦੀਪ ਸਿੰਘ ਹੋਰਾਂ ਦੇ ਵੱਲੋਂ ਪਟੀਸ਼ਨ ਨੇ ਇਹ ਦੋਸ਼ ਲਾਇਆ ਜੀ ਕਿ ਪੰਜਾਬ ਪੁਲਿਸ ਨੇ ਜਿਹੜੇ ਸਰਕਾਰ ਦੇ ਕਹੇ ਦੇ ਉੱਤੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਤੇ ਉਹਨਾਂ ਦੇ ਹਮਾਇਤੀਆਂ ਦੇ ਘਰਾਂ ਦੇ ਉੱਤੇ ਛਾਪੇ ਮਾਰ ਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਲਿਆ। ਹੁਣ 24 ਘੰਟਿਆਂ ਦੇ ਵਿੱਚ ਜਿਹੜਾ ਜੀ ਜਾਂ ਤਾਂ ਸਰਕਾਰ ਦੇ ਵੱਲੋਂ ਜਾਂ ਪੁਲਿਸ ਦੇ ਵੱਲੋਂ ਜਿਹੜਾ ਜੀ ਇਹਨਾਂ ਦੇ ਉੱਤੇ ਕੇਸ ਦਰਜ ਕੀਤੇ ਜਾਣਗੇ ਔਰ ਇਹਨਾਂ ਦੀ ਡਿਟੇਲ ਜਿਹੜੀ ਆ ਜੀ ਉਹ ਦੇਣੀ ਪਊਗੀ। ਸ਼ਾਇਦ ਇਹਦੇ ਦੌਰਾਨ ਉਹਨਾਂ ਦੇ ਉੱਤੇ ਵੀ ਜਿਹੜੇ ਜੀ ਇੱਦਾਂ ਦੇ ਮਾਮਲੇ ਦਰਜ ਕਰ ਦਿੱਤੇ ਜਾਣਗੇ, ਜਾਂ ਇਹ ਹੋ ਸਕਦਾ ਕਿਉਂਕਿ ਸਰਬੱਤ ਖਾਲਸਾ ਦੀ ਤਰੀਕ ਵੀ ਟਲ ਗਈ, ਉਧਰੋਂ ਜਿਹੜਾ ਬੁੱਢਾ ਜੋੜ ਦੇ ਵਿੱਚ ਇਕੱਠ ਕਰਨਾ ਸੀਗਾ ਉਹ ਵੀ ਹੋ ਹਟਿਆ ਤੇ ਇਹਨਾਂ ਦੀ ਸੰਭਾਵੀ ਰੂਪ ਦੇ ਵਿੱਚ ਜਿਹੜੀ ਆ ਜੀ ਉਹ ਰਿਹਾਈ ਵੀ ਹੋ ਸਕਦੀ ਹੈ ਅੱਜ ਭਲਕ ਜਿਹੜੀ ਜੀ। ਸੋ ਇਹ ਦੋ ਤਰੀਕੇ ਨੇ ਹੁਣ ਸਰਕਾਰ ਦੇ ਕੋਲੇ, ਜਾਂ ਤਾਂ ਉਹਨਾਂ ਨੂੰ ਦੱਸਣਾ ਪਊਗਾ ਜੀ ਹਾਈ ਕੋਰਟ ਦੇ ਵਿੱਚ ਜਾ ਕੇ ਕਿ ਕਿਹੜਾ ਵਿਅਕਤੀ ਕਿਹੜੇ ਦੋਸ਼ ਦੇ ਤਹਿਤ ਫੜਿਆ, ਜਾਂ ਫਿਰ ਉਹਨਾਂ ਦੀ ਜਿਹੜੀ ਹੈ ਜੀ ਉਹ ਰਿਹਾਈ ਹੋ ਜੂਗੀ। ਉਂਝ ਵੈਸੇ ਸੁਪਰੀਮ ਕੋਰਟ ਦੇ ਹੁਕਮ ਨੇ ਕਿਸੇ ਵਿਅਕਤੀ ਨੂੰ ਬਿਨਾਂ ਪਰਚਾ ਦਰਜ ਕੀਤੇ ਤੋਂ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ ਜੀ। ਬਿਲਕੁਲ ਜੀ, ਪੰਜਾਬ ਵਿੱਚ ਕਿਵੇਂ ਸੰਭਵ ਹੋਏ ਹੋਊਗਾ। ਤੇ ਅੱਗੇ ਆਪਾਂ ਗੱਲ ਕਰਦੇ ਜੀ ਧੂਏ ਦੀ। ਪਿਛਲੇ ਦਿਨਾਂ ਤੋਂ ਪੋਲੂਸ਼ਨ ਦੀ ਜਿਹੜੀ ਗੱਲਬਾਤ ਕਰਦੇ ਦਿੱਲੀ ਦੇ ਵਿੱਚ, ਉੱਥੇ ਦਿੱਲੀ ਹਾਈ ਕੋਰਟ ਨੇ ਪੰਜਾਬ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ। ਤੇ ਦਿੱਲੀ ਹਾਈ ਕੋਰਟ ਨੇ ਇਹ ਕਿਹਾ ਜੀ ਕਿ ਸਰਕਾਰੀ ਅਣਗਹਿਲੀ ਤੇ ਪੰਜਾਬ 'ਚ ਪਰਾਲੀ ਨੂੰ ਸਾੜਿਆ ਜਾਣਾ ਦਿੱਲੀ ਦੇ 2 ਕਰੋੜ ਲੋਕਾਂ ਦੀ ਜਾਨ ਦਾ ਦੁਸ਼ਮਣ ਜਿਹੜਾ ਜੀ ਉਹ ਬਣ ਗਿਆ। ਜਿਹੜੀ ਹਾਈ ਕੋਰਟ ਹੈ ਜੀ ਉਹਨੇ ਇਹ ਗੱਲ ਕਹੀ ਆ ਕਿ ਲੋਕਾਂ ਦੀ ਉਮਰ 3 ਸਾਲ ਜਿਹੜੀ ਹੈ ਜੀ ਉਹ ਘਟ ਗਈ ਆ ਤੇ ਇਹ ਜਿਹੜਾ ਨਰਸੰਹਾਰ ਤੇ ਹੱਤਿਆ ਤੋਂ ਘੱਟ ਨਹੀਂ ਗਾ ਜੀ। ਜਿਹੜੇ ਜਸਟਿਸ ਬਦਰ ਦੁਰੇਜ਼ ਅਹਿਮਦ ਤੇ ਆਸ਼ੂਤੋਸ਼ ਕੁਮਾਰ ਦੇ ਉੱਤੇ ਆਧਾਰਿਤ ਬੈਂਚ ਆ ਉਹਨੇ ਕਿਹਾ ਕਿ ਸਾਨੂੰ ਮਾਰਿਆ ਜਾ ਰਿਹਾ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਗੰਭੀਰ ਹਾਲਾਤ ਕਰਕੇ 6 ਕਰੋੜ ਤੋਂ ਵੱਧ ਜੀਵਨ ਜਿਹੜਾ ਜੀ ਉਹ ਬਰਬਾਦ ਹੋ ਰਿਹਾ ਹੈ ਤੇ ਇਹਦੇ ਨਾਲ 10 ਲੱਖ ਮੌਤਾਂ ਜਿਹੜੀਆਂ ਹੁੰਦੀਆਂ ਨੇ। ਬੈਂਚ ਨੇ ਇਹ ਵੀ ਕਿਹਾ ਜੀ ਕਿ ਕੀ ਵੋਟ ਦੇਣ ਵਾਲਿਆਂ ਦੀ ਜ਼ਿੰਦਗੀ ਤੋਂ ਵੱਧ ਅਹਿਮ ਕੀ ਵੋਟ ਹੁੰਦੇ ਨੇ। ਉਹਨਾਂ ਨੇ ਇੱਕ ਜਿਹੜਾ ਹਫ਼ਤਾਵਾਰੀ ਰਿਸਾਲਾ ਉਹਦੇ ਵਿੱਚ এনवायरमेंट ਦੇ ਅਧਿਐਨ ਦਾ ਜ਼ਿਕਰ ਕਰਦਿਆਂ ਹੋਇਆ ਇਹ ਸਖਤ ਟਿੱਪਣੀਆਂ ਕੀਤੀਆਂ ਨੇ। ਬੈਂਚ ਨੇ ਇਹ ਕਿਹਾ ਜੀ ਕਿ ਸਰਕਾਰੀ ਅਣਗਹਿਲੀ ਉਮਰ ਘਟਾਉਣ ਲਈ ਦੋਸ਼ੀ ਹੈ। ਮਾਮਲੇ ਦੀ ਭਿਆਨਕਤਾ ਨੂੰ ਸਮਝੋ, ਕੁਝ ਵੱਡੇ ਕਦਮ ਚੁੱਕੇ ਜਾਣ ਦੀ ਲੋੜ ਹੈ। ਅਦਾਲਤ ਨੇ ਇਹ ਕਿਹਾ ਕਿ ਵੋਟ ਬੈਂਕ ਜ਼ਿਆਦਾ ਤੁਹਾਡੇ ਵਾਸਤੇ ਮਹੱਤਵਪੂਰਨ ਹੈ ਜਾਂ ਫਿਰ ਜਿਹੜੇ ਸਿਟੀਜ਼ਨ ਨੇ ਇੱਥੋਂ ਦੇ ਉਹ ਜ਼ਿਆਦਾ ਮਹੱਤਵਪੂਰਨ ਨੇ ਜੀ। ਸੈਟੇਲਾਈਟ ਤਸਵੀਰਾਂ ਦੇਖ ਕੇ ਜਿਹੜੀ ਅਦਾਲਤ ਹੈ ਉਹਨੇ ਇਹ ਕਿਹਾ ਕਿ ਪੰਜਾਬ ਇਹਦੇ ਵਾਸਤੇ ਮੁੱਖ ਦੋਸ਼ੀ ਹੈ, ਜਿੱਥੇ ਪਰਾਲੀ ਨੂੰ ਅੱਗ ਲਾਏ ਜਾਣ ਕਰਕੇ ਦਿੱਲੀ ਦੇ ਵਿੱਚ ਸਾਹ ਲੈਣਾ ਜਿਹੜਾ ਜੀ ਉਹ ਔਖਾ ਹੋਇਆ ਪਿਆ। ਉਹਨਾਂ ਨੇ ਇਹ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਨੇ ਤਾਂ ਕਈ ਕਦਮ ਚੁੱਕੇ ਨੇ, ਪਰ ਪੰਜਾਬ ਮਜ਼ਬੂਤ ਕਦਮ ਚੁੱਕੇ ਜਾਣ ਦੀ ਬਜਾਏ ਸਿਰਫ ਪੈਸਿਆਂ ਦੀ ਮੰਗ ਜਿਹੜੀ ਹੈ ਜੀ ਉਹ ਕਰ ਰਿਹਾ। ਉਹਨੇ ਇਹ ਕਿਹਾ ਕਿ ਪੰਜਾਬ ਦੇ ਹਲਫਨਾਮੇ ਦੇ ਵਿੱਚ ਸਿਆਸੀ ਮੁੱਦਿਆਂ ਦੇ ਨਾਲ ਨਾਲ ਆਰਥਿਕ ਦਿੱਕਤਾਂ ਦਾ ਹਵਾਲਾ ਦਿੱਤਾ ਗਿਆ। ਬੈਂਚ ਨੇ ਪੰਜਾਬ ਦੇ ਵਕੀਲ ਨੂੰ ਸਵਾਲ ਕੀਤਾ ਹੈ ਕਿ ਪਰਾਲੀ ਸਾੜੇ ਜਾਣ ਕਰਕੇ ਫੈਲੇ ਧੂਏ ਤੋਂ ਜਿਹੜੇ ਲੋਕ ਮਰ ਚੁੱਕੇ ਨੇ ਜਾਂ ਜਿਹੜੇ ਸਾਹ ਦੇ ਰੋਗਾਂ ਤੋਂ ਪੀੜਤ ਨੇ ਉਹਨਾਂ ਤੋਂ ਮੁਆਫੀ ਕਿਵੇਂ ਮੰਗੋਗੇ। ਉਹਨਾਂ ਨੇ ਸੂਬੇ ਨੂੰ ਇਹ ਵੀ ਪੁੱਛਿਆ ਕਿ ਦਿੱਲੀ 'ਚ ਸਕੂਲ ਬੰਦ ਹੋਣ ਤੇ ਲੋਕਾਂ ਦੇ ਬਿਮਾਰ ਹੋਣ ਕਰਕੇ ਕੰਮ ਤੇ ਨਾ ਜਾਣ ਕਰਕੇ ਆਰਥਿਕ ਨੁਕਸਾਨ ਦਾ ਖਮਿਆਜ਼ਾ ਕਿਵੇਂ ਭੁਗਤਣਗੇ। ਬੈਂਚ ਨੇ ਪੰਜਾਬ ਦੇ ਵੱਲੋਂ 80,000 ਕਰੋੜ ਰੁਪਏ ਦੀ ਖੇਤੀ ਕਰਜ਼ੇ ਮੁਆਫ ਦਾ ਹਵਾਲਾ ਦਿੰਦਿਆਂ ਟਿੱਪਣੀ ਕੀਤੀ ਹੈ ਕਿ ਤੁਸੀਂ ਸੂਬੇ ਵਜੋਂ ਨਾਕਾਮ ਹੋ ਗਏ ਹੋ, ਫੇਲ ਹੋ ਗਏ ਹੋ। ਅਦਾਲਤ ਨੇ ਇਹ ਕਿਹਾ ਕਿ ਇੰਨੀ ਰਕਮ ਮੁਆਫ ਕਰਨ ਦੇ ਬਾਵਜੂਦ ਤੁਸੀਂ 9900 ਕਰੋੜ ਰੁਪਏ ਦੀਆਂ ਰੋਟਾਂ ਤੇ ਹੋਰ ਮਸ਼ੀਨਾਂ ਖਰੀਦਣ 'ਚ ਬਿਲਕੁਲ ਫੇਲ ਹੋਏ ਹੋ। ਪੰਜਾਬ ਦੇ ਵਕੀਲ ਨੇ ਸੂਬੇ ਦਾ ਪੱਖ ਰੱਖਦਿਆਂ ਕਿਹਾ ਕਿ ਸਰਕਾਰ ਨੇ ਸ਼ੁਰੂ 'ਚ ਭਾਵੇਂ ਢਿੱਲ ਮੱਠ ਕੀਤੀ ਪਰ ਬਾਅਦ 'ਚ ਉਹਨੇ ਬਾਇਓਮਾਸ ਪਾਵਰ ਪਲਾਂਟ ਸਥਾਪਿਤ ਕਰਨ ਸਣੇ ਕਈ ਕਦਮ ਜਿਹੜੇ ਆ ਜੀ ਉਹ ਚੁੱਕੇ ਆ। ਉਹਨੇ ਇਹ ਵੀ ਕਿਹਾ ਕਿ ਮਸ਼ੀਨਾਂ ਖਰੀਦਣ ਲਈ 9900 ਕਰੋੜ ਰੁਪਏ ਦੀ ਲੋੜ ਆ। ਇਹ ਰਕਮ ਲਈ ਕੇਂਦਰ ਨੂੰ ਜਿਹੜਾ ਜੀ ਉਹ ਚਿੱਠੀ ਲਿਖੀ ਜਾਵੇ। ਇਹਦੇ ਤੋਂ ਜਿਹੜੀ ਦਿੱਲੀ ਹਾਈ ਕੋਰਟ ਆ ਉਹ ਜਿਹੜੀ ਭੜਕੀ ਆ ਕਿ ਜਦੋਂ ਤੁਸੀਂ ਕੋਈ ਲੈ ਕੇ ਆਉਂਦੇ ਹੋ ਆ ਕੇ ਪੈਸੇ ਦੀ ਮੰਗ ਜਿਹੜੀ ਆ ਜੀ ਉਹ ਕਰ ਦਿੰਦੇ ਹੋ, ਜਦੋਂ ਕਿ ਇਹਦੇ ਸੰਬੰਧੀ ਕੋਈ ਕਦਮ
ਕਦਮ ਨਹੀਂ ਚੁੱਕੇ ਜਾਂਦੇ। ਬੇਸ਼ੱਕ ਡਾਇਰੈਕਟਲੀ ਨਾ ਕਿਹਾ ਹੋਵੇ, ਇਨਡਾਇਰੈਕਟਲੀ ਤਾਂ ਮਤਲਬ ਇਹੀ ਹੈ, ਪੈਸੇ ਲੈ ਵੀ ਗਏ ਤੇ ਉੱਥੇ ਜਾ ਕੇ ਸੰਗਤ ਦਰਸ਼ਨ 'ਚ ਵੰਡ ਦੇਣੇ ਆ ਜੀ। ਸੰਗਤ ਦਰਸ਼ਨ 'ਚ ਵੰਡ ਦਿੱਤੇ ਜਾਂ ਗੱਡੀਆਂ ਲੈ ਲਈਆਂ ਜਾਂ ਹੋਰ ਸ਼ੌਕ ਪੂਰੇ ਕਰ ਲਏ ਜੀ। ਤਾਂ ਅੱਗੇ ਅਖੀਰ ਦੇ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਗੱਲ ਕਰੀਏ, ਉਹਨਾਂ ਨੇ ਭੁੱਖ ਹੜਤਾਲ ਛੱਡੀ। ਆਪਾਂ ਜਿਵੇਂ ਕੁਝ ਦਿਨਾਂ ਤੋਂ ਜਿਹੜਾ ਜੀ ਇਹ ਖਬਰ ਦਿੰਦੇ ਆ ਰਹੇ ਹਾਂ ਜੀ ਕਿ ਬਲਵੰਤ ਸਿੰਘ ਰਾਜੋਆਣਾ ਜਿਹੜਾ ਬੇਅੰਤ ਸਿੰਘ ਕਤਲ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ, ਫਾਂਸੀ ਦੀ ਸਜ਼ਾ ਉਹਨਾਂ ਨੂੰ ਜਿਹੜੀ ਹੋਈ ਆ, ਪਰ ਇਹਦੇ ਉੱਤੇ ਰੋਕ ਲੱਗੀ ਹੋਈ ਆ। ਬਲਵੰਤ ਸਿੰਘ ਰਾਜੋਆਣਾ ਹੋਰੀ ਭੁੱਖ ਹੜਤਾਲ ਦੇ ਉੱਤੇ ਸਨ। ਪਿਛਲੇ ਦਿਨੀ ਉਹਨਾਂ ਨੂੰ ਰਜਿੰਦਰਾ ਹਸਪੀਟਲ ਜਿਹੜਾ ਇੱਥੇ ਪਟਿਆਲੇ ਦੇ ਵਿੱਚ ਹੈ ਉੱਥੇ ਭਰਤੀ ਕਰਾਇਆ ਗਿਆ ਸੀਗਾ, ਉਹਨਾਂ ਦੀ ਵਿਗੜਦੀ ਜਿਹੜੀ ਸਿਹਤ ਦੀ ਵਜ੍ਹਾ ਕਰਕੇ। ਨਵੇਂ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂਗਰ ਹੋਰਾਂ ਨੇ ਜਿਹੜੇ ਇੱਥੋਂ ਦਾ ਪੁਲਿਸ ਅਮਲਾ ਫੈਲਾ ਹੈ ਜੀ, ਉਹਨਾਂ ਨੂੰ ਨਾਲ ਲਿਜਾ ਕੇ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਗੱਲਬਾਤ ਕੀਤੀ, ਉਹਨਾਂ ਨੂੰ ਜੂਸ ਪਿਆ ਕੇ ਜਿਹੜਾ ਜੀ ਇਹ ਭੁੱਖ ਹੜਤਾਲ ਖਤਮ ਕਰਾ ਦਿੱਤੀ। ਇਹ ਆਖਿਆ ਜੀ ਕਿ ਜਿਹੜੀ ਇਹਨਾਂ ਦਾ ਛੇਤੀ ਇਹਨਾਂ ਦੀ ਪਟੀਸ਼ਨ ਸੰਬੰਧੀ ਨਿਪਟਾਰਾ ਕਰਾਉਣ ਦੇ ਵਾਸਤੇ ਰਾਸ਼ਟਰਪਤੀ ਦੇ ਕੋਲ ਭਜਵਾਉਣ ਦੀ ਚਾਰਾਜੋਈ ਕਰੂਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਜਿਹੜੀ ਹੈ ਜੀ ਉਹ ਗੱਲ ਆਖੀ ਗਈ। ਇਹ ਗੱਲ ਜਿਹੜੀ ਹੈ ਜੀ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜਿਹੜੇ ਕਿਰਪਾਲ ਸਿੰਘ ਬਡੂਗਰ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਚਾਰਾਜੋਈ ਜਿਹੜੀ ਹੈ ਜੀ ਕਰਾਂਗੇ, ਭੇਜਾਂਗੇ ਰਾਸ਼ਟਰਪਤੀ ਦੇ ਕੋਲੇ। ਇਹ ਸਭ ਕੁਛ ਦੇ ਵਿੱਚੋਂ ਕੀ ਨਿਕਲਵਾਉਣਾ ਸੀਗਾ ਜੀ, ਉਹ ਜਿਹੜਾ ਬਿਆਨ ਕਿਰਪਾਲ ਸਿੰਘ ਬਡੂਗਰ ਹੋਰਾਂ ਦਾ ਉਹ ਤੁਹਾਡੇ ਸਾਹਮਣੇ ਹੈ ਜੀ। ਇਹ ਜਿਹੜੀਆਂ ਚੀਜ਼ਾਂ ਨੇ ਉਹ ਠੰਡੇ ਬਸਤੇ ਦੇ ਵਿੱਚ ਪਾਉਣੀਆਂ ਹੁੰਦੀਆਂ ਨੇ। ਉਂਝ ਵੈਸੇ ਇਹ ਵੀ ਹੈ ਜੀ ਕਿ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਹੈ ਕਿ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਇਹ ਜਿਹੜੀ ਭੁੱਖ ਹੜਤਾਲ ਸੀ ਇਹਦਾ ਨੋਟਿਸ ਜ਼ਿਆਦਾ ਜਿਹੜਾ ਜੀ ਉਹ ਮੀਡੀਆ ਦੇ ਵੱਲੋਂ ਨਹੀਂ ਲਿਆ ਗਿਆ, ਤਾਂ ਕਰਕੇ ਵੀ ਇਹ ਜਿਹੜੀ ਹੈ ਜੀ ਭੁੱਖ ਹੜਤਾਲ ਇੱਥੇ ਸਮਾਪਤ ਕਰਨ ਦਾ ਰੀਜ਼ਨ ਜਿਹੜਾ ਜੀ ਉਹ ਕਿਤੇ ਨਾ ਕਿਤੇ ਹੋ ਸਕਦਾ ਹੈ। ਮੰਗ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਇਹ ਸੀਗੀ ਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਪੀਲ ਪਾਈ ਗਈ ਆ ਰਾਸ਼ਟਰਪਤੀ ਦੇ ਕੋਲੇ ਕਿ ਇਸ ਮੁੱਦੇ ਦੇ ਉੱਤੇ ਦੁਬਾਰਾ ਵਿਚਾਰ ਚਰਚਾ ਕੀਤਾ ਜਾਵੇ, ਵੀ ਜਾਂ ਤਾਂ ਰਾਸ਼ਟਰਪਤੀ ਉਹਦਾ ਤੁਰੰਤ ਫੈਸਲਾ ਦੇ ਦੇਣ, ਉਹਨਾਂ ਨੇ ਫਾਂਸੀ ਯੈਸ ਕਰਨੀ ਜਾਂ ਨੋ, ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿਹੜੀ ਆ ਅਪੀਲ ਵਾਪਸ ਲੈ ਲਵੇ। ਜੀ। ਤੇ ਅਖੀਰ ਵਿੱਚ ਅੱਜ ਨਵਾਂ ਕਿ ਜਦੋਂ ਚੋਣ ਅਮਰੀਕਾ ਦੀ ਸਿਰੇ ਪਹੁੰਚੀ, ਇੱਕੋ ਕਹਿੰਦਾ ਸੀ ਗੱਲ ਸੰਸਾਰ ਭਾਈ। ਜਦੋਂ ਚੋਣ ਅਮਰੀਕਾ ਦੀ ਸਿਰੇ ਪਹੁੰਚੀ, ਇੱਕੋ ਕਹਿੰਦਾ ਸੀ ਗੱਲ ਸੰਸਾਰ ਭਾਈ। ਰੌਲਾ ਪਾਉਂਦਾ ਬਜ਼ੁਰਗ ਨੇ ਰਹਿ ਜਾਣਾ, ਬੀਬੀ ਜਾਣਾ ਇਹ ਮੋਰਚਾ ਮਾਰ ਭਾਈ। ਆਖਰ ਤੱਕ ਨਾ ਬਾਬੇ ਨੇ ਬੜਕ ਛੱਡੀ, ਭਾਵੇਂ ਛੱਡ ਗਏ ਬੇਲੀ ਤੇ ਯਾਰ ਭਾਈ। ਗਿਣੇ ਵੋਟ ਤਾਂ ਗਿਆ ਹੁਣ ਜਿੱਤ ਬਾਬਾ, ਬੀਬੀ ਆਖਰ ਨੂੰ ਗਈ ਹੈ ਹਾਰ ਭਾਈ। ਬਾਬਾ ਹੱਸਦਾ ਲੋਕ ਕਈ ਫਿਕਰ ਕਰਦੇ, ਕਹਿੰਦੇ ਇਸ ਤੋਂ ਭਲੇ ਦੀ ਆਸ ਹੈ ਨਹੀਂ। ਬਾਬਾ ਹੱਸਦਾ ਲੋਕ ਕਈ ਫਿਕਰ ਕਰਦੇ, ਕਹਿੰਦੇ ਇਸ ਤੋਂ ਭਲੇ ਦੀ ਆਸ ਹੈ ਨਹੀਂ। ਪਿੱਛੇ ਪੈਂਦਾ ਏ ਨਹੀਂ ਪ੍ਰਵਾਸੀਆਂ ਦੇ, ਕਰੇ ਇਸ ਦਾ ਕੋਈ ਵਿਸ਼ਵਾਸ ਹੈ ਨਹੀਂ। ਥੈਂਕ ਯੂ ਜੀ, ਬਹੁਤ ਧੰਨਵਾਦ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਤੇ ਸਨ ਬਲਤੇਜ ਬੱਲੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਸੁਰਖੀਆਂ ਦੇ ਵਿੱਚ ਕੀ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।